ਅੱਜ ਆਦੇ ਰੱਬੀ ਕੰਮ ਨੇ ਚਸੂਣ ਲੱਗਾ ਤੇ ਪੰਜ ਹੀ ਜਿਹੜੀਆਂ ਨੇ ਬੱਚੇ ਨਾਲ ਰਜਾ ਹਟਦੀਆਂ ਨੇ ਜੇ ਤਰੂਈਆਂ ਤੇ ਕੋਈ ਪਤਾ ਹੀ ਨਹੀਂ ਵੀ ਕਿੰਨੀਆਂ ਕਿ ਤਰੂ ਗਈਆਂ ਨੇ। ਇਹ ਤਾਂ ਅੱਲਾ ਦੀ ਰਜਾ ਹੈ। ਕੋਈ ਬੰਦੇ ਦੇ ਮੁਕੱਦਰ ਵੀ ਹੁੰਦੇ ਨੇ। ਇਹਦੇ ਵਿੱਚ ਹਰ ਸ਼ੈ ਬੇਦਰੀ ਹੈ। ਸਿਆਲਕੋਟੀ ਨਸਲ ਨਾਲ ਗੋਸ਼ਤ 'ਚ ਜ਼ਿਆਦਾ ਹੈ, ਦੁੱਧ 'ਚ ਜ਼ਿਆਦਾ ਹੈ, ਚੋਗੇ 'ਚ ਜ਼ਿਆਦਾ ਹੈ। ਉਹਦੇ ਫਲ ਪੈਣ ਲੱਗੇ ਤਾਂ ਚੰਗੇ ਭਲੇ ਇਨਸਾਨ ਨੂੰ ਪੈ ਜਾਂਦਾ। ਇਹ ਤਾਂ ਫਿਰ ਮਾਲ ਹੈ। 17-18 ਬੱਕਰੀਆਂ ਦਾ ਵਿੱਚ ਜਿਹੜੀਆਂ ਨੇ ਬੱਚੇ ਵਾਲੀਆਂ ਕੱਢ ਕੇ ਨੇ ਬੱਕਰੀਆਂ 4 ਠੀਕ ਹੈ। ਉਹਨਾਂ ਦੇ ਅਸੀਂ ਬੱਚਿਆਂ ਤੋਂ ਪਿਆਉਂਦੇ ਹਾਂ, ਬਾਕੀਆਂ ਦੇ ਅਸੀਂ ਚੋਨੇ ਹਾਂ ਵਿੱਚ ਦੂਹ ਦਾ ਥਾਣੇ ਇੱਕ ਬਾਕੀਆਂ ਦੇ ਥਾਣੇ ਜੋੜਾ ਜਿਹੜਾ ਦੁੱਧ ਨੇ ਵਿਆਹ 17-18 ਬੱਕਰੀਆਂ ਦਾ ਤਕਰੀਬਨ 30 ਕਿਲੋ। ਉਹਦੀ ਸੇਵਾ ਕਰੋ, ਉਹਨੂੰ ਦਾਣਾ ਛਾਣਾ ਪਾਓ। ਉਹਨੂੰ ਅੱਜ ਕੱਲ੍ਹ ਗਰਮੀ, ਉਹਨੂੰ ਕੋਈ ਠੰਡੀਆਂ ਛਾਵਾਂ ਦਵੋ, ਨਾਲ ਦਾਣਾ ਪਾਓ। ਉਹ ਦੁੱਧ ਪੂਰਾ ਕਰ ਜਾਏਗੀ ਉਹਦਾ। ਜਾਨੀ ਕਿ ਉਹ ਜਿਹੜਾ ਹੁੰਦਾ ਨਾ ਨਮਕਿਆਤ ਜਿਹੜੀ ਬੱਕਰੀ ਦੇ ਵਿੱਚ ਦੁੱਧ ਦੇਣ ਵਾਲੀ ਹੁੰਦੀ ਹੈ, ਉਹ ਬੱਕਰੀ ਦੀ ਲਿੱਸੀ ਹੋ ਜਾਂਦੀ ਹੈ, ਉਹ ਮੁੱਕ ਜਾਂਦੀ ਹੈ। ਉਹਨੂੰ ਇੱਕ ਕੈਲਸ਼ੀਅਮ ਦੀ ਕਮੀ ਵਾਲਾ ਪਾਊਡਰ ਮਿਲਦਾ ਆਪਣਾ ਸਟੋਰ ਤੋਂ। ਉਹ ਗੁੜ 'ਚ ਮਿਲਾ ਕੇ ਜਾਂ ਉਸ ਨਾਲ ਦੁੱਧ 'ਚ ਮਿਲਾ ਕੇ ਦਵੋ। ਨਾਲ ਆਪਣਾ ਵਜ਼ਨ ਵੀ ਪੂਰਾ ਕਰ ਜਾਏਗੀ, ਦੁੱਧ ਵੀ ਪੂਰਾ ਕਰ ਜਾਏਗੀ। अस्सलाम वालेकुम। वालेकुम सलाम। प्यारे भाई की हाल है? ठीक ठाक, शुक्र अल्लाह। तुम सुनाओ? जी अल्लाह पाक दा शुक्र। जनाब दा की नाम है? जमील अहमद। जमील साहब इलाका केड़ा जे? पिंड देपो के, तहसील जिला नारोवाल। सर माशाअल्लाह तुहाडे वालिद साहब दा भी काफी नाम सुनिया है। हाँ जी। तुहाडा भी नाम सुनिया है ते तुहाडा माल वेख के दिल खुश होया है। हाँ जी। सब तो पहले ये दसो कि तुसी किन्ने अरसे तो बकरियां दा काम करदे हो पे? तकरीबन मेरा परदादा करदा है, फिर अगे दादा, अगे मेरा अबू, अगे मैं। ਤੁਸੀਂ ਇਹ ਕੰਮ ਵਿੱਚ ਕਿੰਨੀ ਕੁ ਦੇਰ ਹੋ ਗਈ ਆ? ਮੈਨੂੰ ਖੁਦ ਮੈਂ ਆਪਕੇ ਜੀ ਗਾਰੰਟੀ ਦਿੰਦਾ ਜਿਵੇਂ ਮੈਨੂੰ 20 ਸਾਲ ਹੋ ਗਏ ਨੇ ਇਸ ਕੰਮ ਦੇ ਵਿੱਚ ਪਿਆ। ਸਰ ਤੁਹਾਡਾ 20 ਸਾਲ ਦਾ ਤਜਰਬਾ ਕਿੰਜਦਾ ਰਿਹਾ? ਇਹ ਕੰਮ ਕੈਸਾ ਹੈ ਤੇ ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ ਹੈ? ਇਸ ਕੰਮ ਤੋਂ ਸਿੱਖਿਆ ਹੈ ਬਈ ਅੱਲਾ ਦਾ ਸ਼ੁਕਰ ਹੈ, ਰੱਬ ਰੋਟੀ ਦਿੰਦਾ ਸਹੀ ਠੀਕ ਹੈ, ਆਪਣਾ ਕਾਰੋਬਾਰ ਹੈ, ਸਭ ਕੁਝ ਠੀਕ ਠਾਕ ਹੈ, ਬਾਈਜ਼ਤ ਜੀ ਰਹੇ ਆ, ਕੋਈ ਤੰਗੀ ਤਕਲੀਫ ਨਹੀਂ, ਆਪਣਾ ਮਿਹਨਤ ਕਰੀ ਦੀ ਹੈ। ਮਾਲ ਵੀ ਦੇਈਦਾ, ਲਈਦਾ ਵੀ ਹੈ, ਸੇਲ ਵੀ ਕਰੀਦਾ, ਸੇਲ ਕਰ ਵੀ ਲਈਦਾ ਤੇ ਆਪਣਾ ਬੱਚੇ ਛੋਟੇ ਵੀ ਸੇਲ ਕਰ ਦਿੰਦੇ ਨੇ, ਦਿੱਲੀ ਵੀ ਲਈਦੇ ਨੇ, ਸਭ ਕੁਝ ਯਾਨੀ ਕਿ ਕਰ ਲਈਦਾ। ਪਰ ਆਪਣੀਆਂ ਜਿਹੜੀਆਂ ਸਹੀ ਜਾਤੀ ਬੱਕਰੀਆਂ ਨੇ ਨਾ, ਉਹ ਅਸੀਂ ਆਪਣੀ ਨਸਲ ਨਹੀਂ ਗਵਾ ਰਹੇ ਠੀਕ ਹੈ। ਉਹ ਨਸਲ ਅਸੀਂ ਆਪਣੇ ਕੋਲ ਹੀ ਰੱਖਣੇ ਆ। ਚੰਗਾ ਬਰੀਡਰ ਛੱਡਣਾ, ਚੰਗੀ ਬੱਕਰੀ ਤੇ ਚੰਗਾ ਛੱਡਣਾ ਤੇ ਮਾੜੀ ਤੇ ਵੀ ਚੰਗਾ ਛੱਡਣਾ, ਚੰਗਾ ਬੱਚੀ ਬੱਚਾ ਲੈਣਾ। ਜ਼ਿੰਦਾਬਾਦ ਜੀ। ਯਾਨੀ ਕਿ ਜਿਹੜੀ ਨਸਲ ਹੈ ਉਹ ਨਹੀਂ ਗਵਾਉਣੀ ਚਾਹੀਦੀ ਤੇ ਨਸਲ ਦੇ ਵਿੱਚ ਫਿਰ ਜਿਹੜਾ ਅਹਿਮ ਕਿਰਦਾਰ ਹੈ ਉਹ ਬਰੀਡਰ ਦਾ ਹੈ। ਹਾਂਜੀ। ਬੱਕਰੀ ਦੀ ਜਿਹਦੀ ਮਾਜੀ ਬਰੀਡਰ ਚੰਗਾ ਹੋਏ ਹਰ ਰੰਗ ਦਾ ਬੱਚਾ ਦੇਗੀ ਬਰੀਡਰ ਦੇ ਸਿਰ ਤੇ। ਜਿਹੜੇ ਰੰਗ ਦਾ ਮਾਜੀ ਬਰੀਡਰ ਹੋਏ ਠੀਕ ਹੈ, ਬਰੀਡਰ ਹੋਏ ਚੰਗਾ, ਨੱਕ ਮੂੰਹ ਹੋਏ, ਲੱਤਾਂ ਬਾਹਾਂ ਹੋਣ, ਦੁੰਬ ਹੋਣ, ਸਿੰਘ ਸਹੀ ਹੋਣ, ਰੰਗ ਸਹੀ ਹੋਏ, ਬਰੀਕ ਹੋਏ, ਬੱਕਰੀ ਜਿਹਦੀ ਮਾਜੀ ਛੱਡ ਲਓ, ਬਰੀਡਰ ਸਹੀ ਜੰਮੇਗੀ। ਬੱਚੇ ਜੇ ਨਹੀਂ ਕਿ ਬਿਲਕੁਲ ਸੋਹਣੇ ਜੰਮੇਗੀ। ਜ਼ਿੰਦਾਬਾਦ। ਤੇ ਜਿਹੜਾ ਬਰੀਡਰ ਹੈ ਉਹਦੀ ਕਿੰਨੀ ਕੁ ਉਮਰ ਹੋਣੀ ਚਾਹੀਦੀ ਹੈ? ਬਰੀਡਰ ਦੀ ਉਮਰ ਦੋਂਦੇ ਤੋਂ ਰੱਖ ਕੇ ਤਕਰੀਬਨ 10 ਸਾਲਾਂ ਤੱਕ ਬਰੀਡਰ ਰਹਿ ਸਕਦਾ ਜੇ ਬੰਦਾ ਸਾਂਭੇ ਤੇ। ਅੱਛਾ। ਜਿੰਨਾ ਬਰੀਡਰ ਪੁਰਾਣਾ ਰਹੇਗਾ ਉਹਨਾਂ ਚੰਗਾ ਸੂਵੇਗਾ। ਹੋਏ ਬਰੀਡਰ ਚੰਗਾ, ਹੋਏ ਕਿ ਕੰਮ ਦਾ ਨਾ ਉਹਦਾ ਚੰਗਾ ਕਿੱਥੋਂ ਸੂਣਾ ਹੋਵੇ। ਠੀਕ ਹੈ। ਤੇ ਸਰ ਸਭ ਤੋਂ ਪਹਿਲੇ ਇਹ ਦੱਸੋ ਕਿ ਇਹ ਜਿਹੜੇ ਇਸ ਟਾਈਮ ਤੁਹਾਡੇ ਕੋਲ ਬੱਕਰੀਆਂ ਨੇ ਇਹ ਕਿਹੜੀ ਕਿਹੜੀ ਨਸਲ ਦੀਆਂ ਨੇ? ਇਹ ਅੰਮ੍ਰਿਤਸਰੀ ਸਾਹੀਵਾਲ, ਇੱਕ ਬੱਕਰੀ ਸਿਰਫ ਸਿਆਲਕੋਟੀ, ਬਾਕੀ ਅੰਮ੍ਰਿਤਸਰੀ ਸਭ ਸਾਹੀਵਾਲ ਨੇ। ਅੱਛਾ। ਹਾਂਜੀ। ਇਹ ਜਿਹੜੀ ਅੰਮ੍ਰਿਤਸਰੀ ਸਾਹੀਵਾਲ ਹੈ ਇਹਦੀ ਕੀ ਖੂਬੀ ਹੈ, ਕੀ ਪਹਿਚਾਣ ਹੈ? ਆਮ ਆਦਮੀ ਨੂੰ ਕਿੰਜ ਪਤਾ ਚੱਲੇਗਾ ਕਿ ਇਹ ਜਿਹੜੀ ਨਸਲ ਹੈ ਅੰਮ੍ਰਿਤਸਰੀ ਸਾਹੀਵਾਲ ਹੈ? ਅੰਮ੍ਰਿਤਸਰੀ ਸਾਹੀਵਾਲ ਹੈ ਨਾ, ਉਹਦਾ ਹੁਸਨ ਹੀ ਜ਼ਿਆਦਾ ਹੋਵੇ ਸਿਆਲਕੋਟੀ ਨਾਲੋਂ ਜਾਂ ਦੂਜੀ ਨਾਲੋਂ। ਹੁਸਨ ਉਹਦੇ ਵਿੱਚ ਇਹ ਹੈ, ਉਹਦਾ ਕੰਨ ਠੀਕ ਨੇ, ਉਹਦਾ ਮੂੰਹ ਠੀਕ, ਨਕੋੜ, ਪਿੱਛਾ, ਥਣ। ਜਿਹੜੀ ਸਿਆਲਕੋਟੀ ਸਾਹੀਵਾਲ ਹੈ ਉਹਦੇ ਥਣ ਵੀ ਛੋਟੇ ਨੇ ਤੇ ਆਪਣਾ ਰੰਗ ਵੀ ਜਿਹੜਾ ਖੱਟਾ ਚੀਨਾ, ਇਹ ਨਾਗਰੀ ਬਲੈਕ। ਅੱਛਾ। ਯਾਨੀ ਕਿ ਫਿਰ ਜਿਹੜੀ ਸਿਆਲਕੋਟ ਦੀ ਨਸਲ ਹੈ ਉਹਦੇ ਨਾਲ ਤੁਸੀਂ ਇਹਨੂੰ ਬਿਹਤਰ ਕਹਿੰਦੇ ਹੋ? ਸਿਆਲਕੋਟ ਦੀ ਨਸਲ ਇਹਦੇ ਵਾਸਤੇ ਕਾਨੇ ਦੀ ਵੀ ਨਹੀਂ। ਅੱਛਾ। ਹਾਂਜੀ। ਠੀਕ ਹੈ। ਤੇ ਸਿਆਲਕੋਟ ਦੀ ਨਸਲ ਨਾਲੋਂ ਇਹਦੇ ਵਿੱਚ ਹੋਰ ਕੀ ਬਿਹਤਰੀ ਹੈ? ਇਹਦੇ ਵਿੱਚ ਹਰ ਸ਼ੈ ਬਿਹਤਰੀ ਹੈ। ਸਿਆਲਕੋਟੀ ਨਸਲ ਨਾਲ ਗੋਸ਼ਤ 'ਚ ਜ਼ਿਆਦਾ ਹੈ, ਦੁੱਧ 'ਚ ਜ਼ਿਆਦਾ ਹੈ, ਚੋਗੇ 'ਚ ਜ਼ਿਆਦਾ ਹੈ। ਉਹਦੇ ਫਲ ਪੈਣ ਲੱਗੇ ਤਾਂ ਚੰਗੇ ਭਲੇ ਇਨਸਾਨ ਨੂੰ ਪੈ ਜਾਂਦਾ। ਇਹ ਤਾਂ ਫਿਰ ਮਾਲ ਹੈ ਜੀ। ਹਾਂਜੀ। ਠੀਕ ਹੈ। ਤੇ ਇਹ ਜਿਹੜੀ ਬੱਕਰੀ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੰਦੀ ਹੈ? ਇਹ ਜ਼ਿਆਦਾ ਤੋਂ ਜ਼ਿਆਦਾ ਬਾਹਰ ਦੇ ਸਿਰ ਤੇ ਐਵੇਂ ਗੱਲਾਂ ਝੂਠੀਆਂ 5, 5.5, 6 ਕਿਲੋ ਦੁੱਧ ਦਿੰਦੀ, ਤੋਂ ਵੱਧ ਨਹੀਂ ਦਿੰਦੀ। ਅੱਛਾ। ਬਾਹਰ ਦੇ ਫੇਰੇ ਦੇ ਸਾਂਭੋ ਦਾ ਵੱਧ ਵੀ ਸਕਦੀ ਹੈ। ਠੀਕ ਹੈ। ਹਾਂਜੀ। ਯਾਨੀ ਕਿ ਸਿਰਫ ਚਰਾਈ ਕਰਾ ਕੇ 6 ਕਿਲੋ ਤੱਕ ਕਿਸੇ ਬੱਕਰੀ ਦੁੱਧ ਦਿੱਤਾ ਤੁਹਾਡੇ ਕੋਲ? ਬਿਲਕੁਲ ਦਿੰਦੀ ਵੀ ਹੁਣ ਮੌਜੂਦਾ ਹੈ। ਅੱਛਾ। 5.5 ਕਿਲੋ ਦੁੱਧ ਦਿੰਦੀ ਵੀ ਦੋਵਾਂ ਟਾਈਮਾਂ ਦਾ, ਸਿਰਫ ਚਰਾਈ ਦੇ ਸਿਰ ਤੇ। ਸਰ ਮੈਂ ਚਾਹਾਂਗਾ ਕਿ ਉਹ ਜਿਹੜੀ ਬੱਕਰੀ 5.5 ਕਿਲੋ ਦੁੱਧ ਦੇ ਰਹੀ ਹੈ ਮੇਰੇ ਦੋਸਤਾਂ ਨੂੰ ਤਸੱਲੀ ਨਾਲ ਦੱਸੋ। ਇਹ ਬੱਕਰੀ ਵੀ ਜਦੋਂ ਸੂਵੇਗੀ ਇਹ ਵੀ ਦੁੱਧ ਦੇਗੀ 5.5 ਕਿਲੋ। ਹੁਣ ਸੂਣ ਵਾਲੀ ਇਹਨੇ ਸੂਣਾ ਤਕਰੀਬਨ ਮਹੀਨੇ 25 ਦਿਨਾਂ ਨੂੰ। ਅੱਛਾ। ਹਾਂਜੀ। ਇਹਦਾ ਨਾਮ ਹੈ ਕਾਲੀ ਡੱਬੀ ਸਾਹੀਵਾਲ ਦੀ ਆਪਣਾ ਅੰਮ੍ਰਿਤਸਰੀ ਬੱਕਰੀ ਹੈ। ਤੇ ਇਹ ਕਿੰਨਵੇਂ ਸੂਏ ਵੇ ਇਸ ਟਾਈਮ? ਇਹ ਤੀਸਰੇ ਸੂਏ ਵੇ। ਮਾਸ਼ਾਅੱਲਾ ਜੀ। 5.5 ਕਿਲੋ ਇਹ ਜਿਹੜੀ ਬੱਕਰੀ ਹੈ ਦੁੱਧ ਇਹ ਦੇ ਰਹੀ ਹੈ? ਹਾਂਜੀ। ਮਾਸ਼ਾਅੱਲਾ। ਇਹਦੀ ਨਸਲ ਵੀ ਅੰਮ੍ਰਿਤਸਰੀ ਹੈ? ਹਾਂਜੀ। ਤੇ ਕਿੰਨੀ ਦੇਰ ਹੋ? ਅੰਮ੍ਰਿਤਸਰੀ ਬੂਰੀਆਂ ਜੋ ਬਣਾਈਆਂ ਨੇ ਕਰਾਸ ਕਰਾ ਕੇ ਬਰੀਡਰ ਚੰਗਾ ਛੱਡ ਕੇ 20 ਸਾਲ ਹੋ ਗਏ ਸਾਨੂੰ ਅੰਮ੍ਰਿਤਸਰ ਦੀ ਬਣਾਉਂਦੇ ਆ, ਹੁਣ ਸਾਡੀਆਂ ਬਣੀਆਂ ਨੇ।
ਪਹਿਲਾਂ ਸਾਡੇ ਕੋਲ ਸਿਆਲਕੋਟੀ ਸਨ। ਤੇ ਭਾਈ ਇਹਦਾ ਕਿੰਨਵਾਂ ਸੂਆ ਵੇ? ਇਹ ਤਿੰਨ ਸੂਏ ਸੂਪੀ ਜਦੋਂ ਪਿਛਾ। ਅੱਛਾ, ਹੁਣ 2 ਲੇਲੀਆਂ, ਇੱਕ ਲੇਲਾ ਦੇ ਪਿੱਛੇ ਲੇਲਾ ਫੌਤ ਹੋ ਗਿਆ, ਲੇਲੀਆਂ ਮਗਰ ਹੀ ਨੇ। ਠੀਕ ਹੈ। ਹੁਣ ਕਿੰਨੀ ਦੇਰ ਹੋਈ ਇਹਨੂੰ ਬੱਚੇ ਦਿੱਤਿਆਂ? ਹੁਣ ਹੋ ਗਏ 2 ਮਹੀਨੇ। ਤੇ ਉਹ ਜਿਹੜਾ ਦੁੱਧ ਦੇ ਬੱਚੇ ਪੀ ਰਹੇ ਨੇ ਜਾਂ ਤੁਸੀਂ ਚੋਂਦੇ? ਬੱਚੇ ਪੀ ਰਹੇ ਨਹੀਂ ਚੋਂਦੇ। ਅੱਛਾ, ਯਾਨੀ ਅਗਰ ਵੱਧ ਜ਼ਿਆਦਾ ਕਿਲੋ ਅਸੀਂ ਚੋਂਦੇ ਆ। ਅੱਛਾ ਹਾਂਜੀ। ਅਗਰ ਬੱਚੇ ਨਾ ਪੀਣ ਤੁਸੀਂ ਸਾਰਾ ਚੋਵੋ ਤੇ 5.5 ਕਿਲੋ ਦਿੰਦੀ? 5 ਕਿਲੋ ਨਾ ਦੇ, ਬੱਕਰੀ ਫ੍ਰੀ। ਜ਼ਿੰਦਾਬਾਦ। ਤੇ ਇਸ ਟਾਈਮ ਤੁਹਾਡੇ ਫਾਰਮ ਉੱਤੇ ਕਿੰਨੇ ਜਾਨਵਰ ਦੁੱਧ ਦੇਣ ਵਾਲੇ ਨੇ? ਸਾਡੇ ਫਾਰਮ ਦੇ ਤਕਰੀਬਨ ਦੁੱਧ ਦਿੰਦੀਆਂ ਨੇ 17-18 ਬੱਕਰੀਆਂ। ਮਾਸ਼ਾਅੱਲਾ। 17-18 ਬੱਕਰੀਆਂ ਤੋਂ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਹਾਸਲ ਹੋ ਜਾਂਦਾ? 17-18 ਬੱਕਰੀਆਂ ਦਾ ਵਿੱਚ ਜਿਹੜੀਆਂ ਨੇ ਬੱਚੇ ਵਾਲੀਆਂ ਕੱਢ ਕੇ ਨੇ ਬੱਕਰੀਆਂ 4, ਠੀਕ ਹੈ, ਉਹਨਾਂ ਦੇ ਬੱਚਿਆਂ ਦੁੱਧ ਪਿਆਉਂਦੇ ਆ, ਬਾਕੀਆਂ ਦੇ ਅਸੀਂ ਚੋਨੇ ਆ ਵਿੱਚ ਦੂਹ ਦਾ ਥਾਣੇ ਇੱਕ ਬਾਕੀਆਂ ਦੇ ਥਾਣੇ ਜੋੜਾ ਜਿਹੜਾ ਅਸੀਂ ਦੁੱਧ ਦਿੰਦੇ ਪਿਆ 17-18 ਬੱਕਰੀਆਂ ਦਾ ਤਕਰੀਬਨ 30 ਕਿਲੋ। ਮਾਸ਼ਾਅੱਲਾ, ਯਾਨੀ ਕਿ ਦੁੱਧ ਕਾਫੀ ਅੱਛਾ ਮਿਲਦਾ ਹੈ। ਹਾਂਜੀ ਹਾਂਜੀ। ਤੇ ਸਰ ਇੱਥੇ ਦੁੱਧ ਦਾ ਰੇਟ ਕੀ ਮਿਲ ਜਾਂਦਾ ਹੈ? ਦੁੱਧ ਦਾ ਰੇਟ ਕੋਈ ਨਹੀਂ ਇੱਥੇ ਹੈਗਾ ਜਨਾਬ। ਕਿੰਨਾ ਕੇ? ਇੱਥੇ 60 ਰੁਪਏ ਹੈ ਨਾ ਹੁੰਦੇ ਬਰਾਬਰ। ਹਾਂਜੀ, ਬਸ ਉਹ ਆ ਭਾਈ ਖੱਜਲ ਖਰਾਬ ਹੋਣਾ ਦੇ ਲੋ। 60 ਰੁਪਏ ਕਿਲੋ ਲੈਂਦੇ ਨੇ ਤੇ ਉਹ ਵੀ ਇਸੇ ਤਰ੍ਹਾਂ ਹੀ ਖੱਜਲ ਖਰਾਬ ਹੀ ਹੁੰਦਾ। ਠੀਕ ਹੈ। ਹਾਂਜੀ, ਅਸੀਂ ਤਾਂ ਬੱਚਿਆਂ ਨੂੰ ਪਿਆਉਂਦੇ ਰਹਿੰਦੇ ਆ ਆਪਣੇ। ਸਰ ਜਿਹੜੀ ਬੱਕਰੀ ਦੁੱਧ ਘੱਟ ਦਿੰਦੀ ਹੋਏ, ਹਾਂਜੀ, ਉਹਨੂੰ ਫਿਰ ਕੀ ਖਵਾਉਣਾ ਚਾਹੀਦਾ ਕਿ ਉਹ ਦੁੱਧ ਜ਼ਿਆਦਾ ਦੇ? ਬਾਜ਼ ਔਕਾਤ ਬੱਕਰੀ ਨੇ ਬੱਚੇ ਜ਼ਿਆਦਾ ਦਿੱਤੇ ਹੁੰਦੇ ਨੇ, ਆਪਣੇ ਬੱਚਿਆਂ ਨੂੰ ਵੀ ਦੁੱਧ ਯਾਨੀ ਪੂਰਾ ਨਹੀਂ ਕਰ ਸਕਦੀ। ਉਹਦੀ ਸੇਵਾ ਕਰੋ, ਉਹਨੂੰ ਦਾਣਾ ਛਾਣਾ ਪਾਓ, ਉਹਨੂੰ ਅੱਜ ਕੱਲ ਗਰਮੀ, ਉਹਨੂੰ ਕੋਈ ਠੰਡੀਆਂ ਛਾਵਾਂ ਦਿਓ, ਨਾਲ ਦਾਣਾ ਪਾਓ, ਉਹ ਦੁੱਧ ਪੂਰਾ ਕਰ ਜਾਏਗੀ ਉਹਦਾ। ਯਾਨੀ ਕਿ ਉਹ ਜਿਹੜਾ ਹੁੰਦਾ ਨਾ ਨਮਕਿਆਤ ਜਿਹੜੀ ਬੱਕਰੀ ਦੇ ਵਿੱਚ ਦੁੱਧ ਦੇਣ ਵਾਲੀ ਹੁੰਦੀ ਹੈ, ਉਹ ਬੱਕਰੀ ਦੀ ਲਿੱਸੀ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਉਹਨੂੰ ਇੱਕ ਕੈਲਸ਼ੀਅਮ ਦੀ ਕਮੀ ਵਾਲਾ ਪਾਊਡਰ ਮਿਲਦਾ ਆਪਣਾ ਸਟੋਰ ਤੋਂ, ਉਹ ਗੁੜ 'ਚ ਮਿਲਾ ਕੇ ਜਾਂ ਉਸ ਤਰ੍ਹਾਂ ਦੁੱਧ 'ਚ ਮਿਲਾ ਕੇ ਦਵੋ, ਨਾਲ ਆਪਣਾ ਵਜ਼ਨ ਵੀ ਪੂਰਾ ਕਰ ਜਾਏਗੀ, ਦੁੱਧ ਵੀ ਪੂਰਾ ਕਰ ਜਾਏਗੀ। ਅੱਛਾ, ਹਾਂਜੀ। ਤੇ ਇਸ ਤੋਂ ਇਲਾਵਾ ਜਿਹੜਾ ਦਾਣਾ ਕਹਿ ਰਹੇ ਹੋ? ਦਾਣਾ ਕਣਕ ਪਾਓ ਰੋਜ਼ ਅੱਧਾ ਕਿਲੋ, ਨਾਲ ਅੱਜ ਕੱਲ ਸ਼ੱਕਰ ਤੇ ਵੇਸਣ ਦਵੋ, ਇੱਕ ਬੋਤਲ ਠੰਡੀ, ਦੁੱਧ ਪੂਰਾ ਕਰ ਜਾਏਗੀ। ਪੱਤਰ ਚੰਗੇ ਪਾਓ, ਨੜੂ ਨਾ ਪਾਓ, ਆਪਣਾ ਦਰੇਕ ਤੂਤ, ਇਹ ਇੰਦੇ ਚ ਆਵੇਂ ਬਹੁਤ ਦੁੱਧ ਦੇਗੀ। ਤੇ ਜਿਹੜੇ ਗੰਦਮ ਦੇ ਦਾਣੇ ਨੇ ਉਹ ਸਵੇਰ ਦੇ ਟਾਈਮ ਤੇ ਇਸਤੇਮਾਲ ਕਰਨੇ ਨੇ ਜਾਂ ਸ਼ਾਮੀ ਕਰਨੇ? ਨਹੀਂ, ਉਹ ਬਿਨਾਂ ਨਾਗਾ ਸ਼ਾਮ ਨੂੰ। ਤੇ ਤਰੀਕਾ ਇਸਤੇਮਾਲ ਕੀ ਹੈ? ਭੇ ਕੇ ਪਾਣੇ ਨੇ ਜਾਂ ਸੁੱਕੇ ਪਾਣੇ ਨੇ? ਭੇ ਕੇ ਨਹੀਂ ਪਾਣੇ, ਸੁੱਕੇ ਪਾਣੇ ਨੇ। ਭੇ ਕੇ ਪਾਓ, ਗਿੱਲੜ ਕਰ ਦਿੰਦੀ ਜ਼ਹਿਰ। ਅੱਛਾ, ਮਹੀਨਾ ਜਿਹੜੇ ਪਾਣੇ ਹੁੰਦੇ ਨੇ ਉਹ ਗਿੱਲੜ ਕਰ ਦਿੰਦੀ ਹੈ। ਤੇ ਸੁੱਕੇ ਪਾਓਗੇ ਉਹ ਗਰਮ ਲੱਗੇਗੀ ਤੇ ਦੁੱਧ ਤਾਂ ਚੰਗਾ ਦੇਗੀ। ਇਹ ਮਾਲ ਇਹਨਾਂ ਦੀ ਖੁਰੀ ਤਪੇ ਦੁੱਧ ਦਿੰਦਾ, ਜਿੰਨੀ ਗਰਮੀ ਉਹਨਾਂ ਬਹੁਤ ਚੰਗਾ ਰਹਿੰਦਾ ਹੈ। ਸਰਦੀ ਵਿੱਚ ਇਹ ਮਾਲ ਨਹੀਂ ਠੀਕ ਰਹਿੰਦਾ। ਤੇ ਸਰ ਇਸ ਤੋਂ ਇਲਾਵਾ ਜਿਹੜਾ ਤੁਸੀਂ ਸ਼ੱਕਰ ਕਹਿ ਰਹੇ ਹੋ ਤੇ ਗੁੜ ਕਹਿ ਰਹੇ ਹੋ, ਉਹਦਾ ਪਾਣੀ ਬਣਾ ਕੇ ਦਿੰਦੇ ਹੋ ਜਾਂ ਕਿ ਕਿਸੇ ਹੋਰ ਤਰੀਕੇ ਨਾਲ ਇਸਤੇਮਾਲ ਕਰਦੇ ਹੋ? ਉਹਦਾ ਸ਼ੱਕਰ ਦਾ ਵੇਸਣ ਦਾ ਪਾਣੀ ਦਿਓ, ਜਿਹੜੀ ਬੱਕਰੀ ਬਹੁਤੀ ਗਰਮੀ ਮਨਾਉਂਦੀ ਹੈ, ਨਾਲ ਕਣਕ ਗਰਮ ਖਾਣੀ, ਨਾਲ ਸ਼ੱਕਰ ਵੇਸਣ ਦਾ ਪਾਣੀ ਪੀਵੇ। ਜ਼ਾਹਰ ਅੱਗ ਦੇ ਉੱਤੇ ਪਾਣੀ ਪਵੇ ਤੇ ਕੀ ਹੁੰਦਾ ਫਿਰ, ਉਹ ਦੋਵਾਂ ਚੀਜ਼ਾਂ ਮਿਕਸ ਹੋ ਜਾਣਗੀਆਂ, ਫਿਰ ਦੁੱਧ ਚੰਗਾ ਦੇਗੀ। ਠੀਕ ਹੈ। ਹਾਂਜੀ। ਇੱਥੇ ਸਰ ਇੱਕ ਸਵਾਲ ਪੁੱਛਾਂ ਦਾ, ਅੱਗੋਂ ਵੱਡੀ ਈਦ ਨਜ਼ਦੀਕ ਆ ਰਹੀ ਹੈ, ਕੁਝ ਦੋਸਤਾਂ ਨੇ ਕੁਰਬਾਨੀ ਵਾਸਤੇ ਬੱਕਰੇ ਰੱਖੇ ਨੇ। ਹਾਂਜੀ। ਅਗਰ ਉਹ ਚਾਹੁੰਦੇ ਨੇ ਕਿ ਸਾਡੇ ਬੱਕਰੇ ਜ਼ਿਆਦਾ ਵਧਣ ਫੁੱਲਣ, ਉਹਨਾਂ ਵਾਸਤੇ ਕਿਹੜੀ ਖੁਰਾਕ ਤੁਹਾਡੇ ਨਜ਼ਦੀਕ ਅੱਛੀ ਹੈ? ਉਹਨਾਂ ਦੇ ਵਾਸਤੇ ਮੇਰੀ ਗੱਲ ਸੁਣੋ, ਗੱਲ ਇਹ ਆ ਭਾਈ ਜਿਹੜੀ ਮੁੱਢ ਤੋਂ ਜੀ ਸੌਖੀ ਹੈ ਨਾ, ਉਹਨੂੰ ਭਾਵੇਂ ਤੁਸੀਂ ਥੋੜੀ ਵੀ ਸ਼ਾਇਦ ਹੋਵੋਗੇ ਨਾ ਕਿਸੇ ਕਿਸਮ ਦੀ ਵੀ, ਉਹਨੇ ਵਧਣ ਡੈ ਪਾਉਣਾ ਮੈਂ। ਤੇ ਜਿਹੜੀ ਹੁਣ ਲਈ ਸੀ ਤੁਹਾਨੂੰ ਜੇ ਸੋਨਾ ਵੀ ਦੇਵੋਗੇ ਤਾਂ ਉਹਨੇ ਏਡਾ ਫਰਕ ਨਹੀਂ ਮਾਰਨਾ। 2 ਮਹੀਨੇ ਰਹਿ ਗਏ ਨੀਂਦ ਦੇ ਵਿੱਚ, ਠੀਕ ਹੈ। ਉਹਨੂੰ ਖੁਰਾਕ ਇਹੋ ਹੀ ਹੈ, ਉਹਨੂੰ ਚੋਖਰ ਪਾਣ, ਦਾਣਾ ਪਾਣ, ਚਣੇ ਪਾਣ, ਦੁੱਧ 'ਚ ਭਿਉਂ ਕੇ ਦਾਲ ਪਾਣ, ਤੇ ਆਪਣਾ ਉਹਦੀ ਬਾਹਰ ਜਿਹੜੀਆਂ ਨਾ ਐਕਸਰਸਾਈਜ਼ ਕਰਨ, ਮਸਲ ਫੇਰ ਫੁਰ ਕੇ ਲਿਆਣ ਕਰੋ। ਠੀਕ ਹੈ। ਤੇ ਤੁਸੀਂ ਭਾਈ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਏ? ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਕਿੰਨੇ ਘੰਟੇ ਚਰਾਈ ਕਰਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਕੱਲ ਘੰਟੇ ਸਾਡੀ ਹੁੰਦੀ ਹੈ 10-11 ਚਰਾਈ। ਗਰਮੀਆਂ ਸਿਆਲ ਵਿੱਚ ਸਾਡੀ ਚਰਾਈ ਹੁੰਦੀ ਹੈ ਤਕਰੀਬਨ 6-7 ਘੰਟੇ। ਅੱਜ ਕੱਲ ਸਾਡੀ 10-12 ਘੰਟੇ ਚਰਾਈ ਹੈ। ਤੇ ਚਰਾਈ ਦੇ ਇਲਾਵਾ ਹੋਰ ਕੁਛ ਇਹਨਾਂ ਨੂੰ? ਚਰਾਈ ਦੇ ਇਲਾਵਾ ਬਿਨਾਂ ਲਾਗਾ ਜਿਹੜੀਆਂ ਬੱਕਰੀਆਂ ਦੁੱਧ ਦਿੰਦੀਆਂ ਨੇ, ਦਾਣੇ ਪਾਣੇ ਨੇ ਸ਼ਾਮੀ ਆਣਗੇ। ਸਿਆਲ ਦੇ ਵਿੱਚ ਸਟਾਲਾ ਪਾਣਾ ਕੁਦਰ ਕੇ, ਨਾਲ ਕਣਕ ਪਾਣੀ ਹੈ। ਫਿਰ ਜਦੋਂ ਸਮਝਿਆ ਮੌਸਮ ਫੂਲ ਜਿਹਾ ਹੋਣਾ, ਉਦੋਂ ਬੇਰੀ ਲੈ ਲੈਣੀ ਹੈ, ਮੁੱਲ ਬੇਰੀ ਪਾ ਲੈਣੀ ਹੈ। ਦਰਖਤ ਲੋਕਾਂ ਦੇ ਪਾਣੇ ਨੇ ਵੱਢ ਕੇ ਬਾਹਰ, ਯਾਨੀ ਕਿ ਅਸੀਂ ਲੋਕਾਂ ਨੂੰ ਚੰਗੀਆਂ ਚਾਰਨੇ ਆ। ਯਾਨੀ ਕਿ ਬੱਕਰੀਆਂ ਵਾਲਾ ਕੋਈ ਵੀ ਉਹਨੇ ਆਪਣਾ ਮਾਲ ਚੰਗਾ ਹੀ ਚਾਰਨਾ ਹੋਵੇ, ਜਿਹਨੇ ਲੋਕਾਂ ਬੰਨ੍ਹ ਕੇ ਪੱਠੇ ਪਾਣੇ ਨੇ ਨਾ, ਉਹਨਾਂ ਨਾਲ ਸਾਡੇ ਨਾਲ ਨਹੀਂ ਰਲ ਸਕਦੇ ਮਸਲਾ। ਬਿਲਕੁਲ। ਸਾਡੀਆਂ ਬੱਕਰੀਆਂ ਆਜ਼ਾਦ ਫਿਰਨਾ, ਜਿੱਦਣ ਮਰਜੀ ਪੰਛੀ ਬੰਦੇ ਆ, ਜਿੱਦਣ ਮਰਜੀ ਦਿਲ ਕੀਤਾ ਤੁਰ ਕੇ, ਦਿਲ ਕੀਤਾ ਆ ਗਏ, ਜਿੱਥੇ ਪੱਠੇ ਲੱਭੇ ਉੱਥੇ ਡੇਰਾ ਲਾ ਛੱਡਿਆ। ਤੇ ਜਮੀਲ ਸਾਹਿਬ, ਕੁਝ ਦੋਸਤ ਸ਼ਹਿਰਾਂ ਵਿੱਚ ਰਹਿੰਦੇ ਨੇ ਜਾਂ ਕੁਝ ਚਾਹੁੰਦੇ ਨੇ ਕਿ ਅਸੀਂ ਆਪਣੇ ਘਰ ਵਿੱਚ ਰੱਖ ਕੇ ਨਾ ਇਹ ਮਾਲ ਪਾਲੀਏ, ਸ਼ੌਕ ਵੀ ਪੂਰਾ ਕਰੀਏ, ਕੋਈ ਪ੍ਰੋਫਿਟ ਵੀ ਲਈਏ। ਅਗਰ ਇਹਨਾਂ ਨੂੰ ਚਾਰਿਆ ਨਾ ਜਾਏ, ਫਾਰਮ ਵਿੱਚ ਰੱਖ ਕੇ ਜਾਂ ਘਰ ਵਿੱਚ ਰੱਖ ਕੇ ਇਹਨਾਂ ਨੂੰ ਪਾਲਿਆ ਜਾਏ, ਫਿਰ ਵੀ ਕੋਈ ਬੱਚਤ ਹੋਈ ਜਾਂਦੀ ਕਿ ਨਹੀਂ? ਹੋ ਸਕਦੀ ਹੈ। ਇਹਨਾਂ ਨੂੰ ਕੱਚੇ ਥਾਂ ਰੱਖਣਾ, ਘਰ ਵੀ ਰੱਖਣਾ, ਫਾਰਮ ਵਿੱਚ ਵੀ ਕੱਚੇ ਥਾਂ ਰੱਖਣਾ, ਪੱਕੇ ਥਾਂ ਨਹੀਂ ਰੱਖਣਾ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਬੱਚਤ ਇਹ ਹੀ ਇਹਨਾਂ ਦੇ ਵੀ ਜਦੋਂ ਇਹਨਾਂ ਨੂੰ ਲਵਾਉਣਾ ਹੈ, ਇਹਨਾਂ ਦੇ ਵੱਲ
ਸੂਣ ਤੋਂ ਕਿਤਰੇ ਨਾਲ ਧਿਆਨ ਕਰਨਾ ਵੇ ਵੀ ਯਾਰ ਸਾਡੀਆਂ ਬੱਕਰੀਆਂ ਫਾਰਮ ਪਿਆ ਸੂਣ ਵਾਲੀਆਂ ਨੇ, ਇਹਨਾਂ ਦੇ ਮਸਲੇ ਕੋਈ ਫੈਕਸ਼ਨ ਫੂਕਸ਼ਨ ਅੰਦਰ ਨਾ ਹੋ ਜੇ। ਚੋਖਰ ਜਿਹੜਾ ਨਾ ਉਹ ਜੇ ਕਾਨੂੰਨੀ ਤੌਰ ਤੇ ਜਾਈਏ ਤਾਂ ਜ਼ਹਿਰ ਹੈ ਮਾਲ ਵਾਸਤੇ, ਠੀਕ ਹੈ। ਅਸੀਂ ਤੇ ਪਾਉਂਦੇ ਨਹੀਂ, ਅਸੀਂ ਤੇ ਪਾਉਂਦੇ ਆ ਆਪਣਾ ਬੱਕਰੀਆਂ ਨੂੰ ਚਾਰਾ ਹੀ ਬਾਹਰੋਂ ਜਿੰਨਾ ਲੱਭੇ। ਤੇ ਜੇ ਉਹਨਾਂ ਚੋਖਰ ਪਾਉਣਾ ਤੇ ਆਪਣੀਆਂ ਮਾਲ ਦੀ ਮੇਦੇ ਦੇ ਕਿਰਮਾਂ ਦੀ ਤੇ ਦੂਜਾ ਆਪਣਾ ਜਿਹੜੇ ਗਿੱਲੜ ਦੀ ਖਾਸ ਧਿਆਨ ਰੱਖਣ। ਦਵਾਈ ਦਾ ਪਾ ਦੇਣ ਕੋਈ ਘਾਟਾ ਨਹੀਂ, ਅੱਲਾਹ ਤਾਲਾ ਬਚਤ ਦਿੰਦਾ। ਕਈਆਂ ਲੋਕਾਂ ਫਾਰਮ ਪਾਏ ਨੇ, ਕਈਆਂ ਨੂੰ ਪਾ ਕੇ ਦਿੱਤੇ ਨੇ। ਯਾਨੀ ਕਿ ਚੋਖਰ ਦਾ ਇਸਤੇਮਾਲ ਘੱਟ ਹੀ ਕਰਨ ਜਾਂ ਨਾ ਕਰਨ? ਇਹਨੇ ਘੱਟ ਕਰਨ ਸਹੀ, ਪਰ ਨਾ ਕਰਨ। ਤੇ ਜਿਹੜੀ ਬੱਕਰੀ ਹੀਟ ਵਿੱਚ ਨਹੀਂ ਹੁੰਦੀ ਉਹਨੂੰ ਫਿਰ ਕੀ ਦੇਣਾ ਚਾਹੀਦਾ? ਉਹਨੂੰ ਜਿਹੜੀ ਬੱਕਰੀ ਹੀਟ ਵਿੱਚ ਨਹੀਂ ਆਉਂਦੀ ਉਹਨੂੰ ਅਸੀਂ ਤਾਂ ਦਵਾਈ ਸ਼ਵਾਈ ਦਿੰਦੇ ਆ ਡਾਕਟਰੀ ਕਿਰਮਾਂ ਵਾਲੀ। ਹਾਂਜੀ, ਹੀਟ ਵਿੱਚ ਆ ਜਾਂਦੀ, ਜੇ ਨਾ ਹੀਟ ਵਿੱਚ ਫਿਰ ਵੀ ਆਏ ਤੇ ਉਹਨੂੰ ਲੂਣ 2-3 ਦਿਨ ਦੇਵੋ, ਨਾਲ ਦਵਾਈ ਦੇਵੋ, ਫਿਰ ਦਸਤੀ ਹੀਟ ਚ ਆ ਜਾਂਦੀ ਹੈ। ਹਾਂਜੀ, ਇਹ ਨਮਕ ਢੇਲੇ ਵਾਲਾ ਇਸਤੇਮਾਲ ਕਰਨਾ ਜਾਂ ਦੂਸਰਾ? ਢੇਲੇ ਵਾਲਾ ਚੱਟਣ ਪਈਆਂ ਤੇ ਦੂਜਾ ਜਿਹੜਾ ਹੋ ਜੀ ਦੇਣਾ ਕਰਨਾ 8-10 ਦਿਨਾਂ ਬਾਅਦ। ਉਹਦੇ ਹੁੰਜੀ ਨਾ ਵਾਸਤੇ ਹਿਫਾਜ਼ਤ ਤੇ ਨਾ ਦਾਨਸ਼ਾਂ ਤਿੱਖੇ ਕਰ ਲੈਂਦੀਆਂ ਨਾ ਆਪਣੇ। ਸਰ ਜਿਹੜੀ ਬੱਕਰੀ ਗੱਭਣ ਹੈ, ਹਾਂਜੀ, ਉਹਦੀ ਚੰਗੀ ਤਿਆਰੀ ਕਿੰਜ ਮੁਮਕਨ ਹੈ? ਉਹਨੂੰ ਕੀ ਖਵਾਓ ਪਿਲਾਓ ਕਿ ਉਹਦਾ ਸੁਆ ਵੀ ਅੱਛਾ ਹੋਏ, ਅੱਗੋਂ ਬੱਚਿਆਂ ਨੂੰ ਦੁੱਧ ਵੀ ਸਹੀ ਤਰੀਕੇ ਨਾਲ ਪਿਲਾਏ? ਉਹਦੀ ਚੰਗੀ ਤਿਆਰੀ ਇਹ ਹੀ ਹੈ ਵੀ ਉਹਨੂੰ 12 ਮਹੀਨੇ ਦਾਣੇ ਪਾਈ ਜਾਓ, 2-3 ਕਿਲੋ ਤਕਰੀਬਨ ਉਹਨੂੰ ਥੋੜਾ ਕਰਕੇ ਤੇਲ ਦੇਣ ਕਰਨ, ਉਤੋਂ 2 ਕਿਲੋ ਘਿਓ ਦੇਣ। ਘਿਓ ਦੇ ਕੇ ਤੇ ਬਾਅਦ ਚ ਉਹਨੂੰ ਸੂਪੇਗੀ ਤੇ ਦਾਣਾ ਛਾਣਾ ਪਾਈ ਜਾਣ, ਬੱਚਾ ਵੀ ਫੁੱਲੇਗਾ ਤੇ ਘਿਓ ਬੱਕਰੀ ਵੀ ਫੁੱਲੇਗੀ, ਦੁੱਧ ਵੀ ਦੇਗੀ ਤੇ ਆਪਣਾ ਬੱਚਿਆਂ ਜਿਹੜੇ ਦੁੱਧ ਦੇਗੀ ਉਹ ਬੱਚਿਆਂ ਨੂੰ ਲੱਗੇਗਾ, ਫੁੱਲੇਗਾ। ਤੇਲ ਨਾਲ ਯਾਨੀ ਕਿ ਅੰਦਰੋਂ ਠੰਡੀ ਹੋ ਜਾਏਗੀ ਤੇ ਘਿਓ ਨਾਲ ਮਗਰੋਂ ਯਾਨੀ ਕਿ ਇਹ ਆ ਵੀ ਉਹਦੇ ਹਰ ਚੀਜ਼ ਖੁੱਲ ਖੱਲ ਜਾਏਗੀ। ਜ਼ਿੰਦਾਬਾਦ। ਯਾਨੀ ਕਿ ਤੇਲ ਤੇ ਘਿਓ ਫਿਰ ਦੋਵੇਂ ਚੀਜ਼ਾਂ ਦੇਣੀਆਂ ਚਾਹੀਦੀਆਂ? ਹਾਂਜੀ, ਪਹਿਲਾਂ ਤੇਲ ਦੇਣਾ ਵੇ, ਫਿਰ ਘਿਓ ਦੇਣਾ। ਤਕਰੀਬਨ ਮਹੀਨਾ ਤੇਲ ਦਿੰਦੇ ਰਹਿਣਾ, ਮਹੀਨਾ ਬਾਅਦ ਤੇਲ ਦੇ ਘਿਓ ਦਿੰਦੇ ਰਹਿਣਾ। ਠੀਕ ਹੈ। ਹਾਂਜੀ, ਐਵੇਂ ਨਹੀਂ ਭਾਲ ਜਾਂਦੀਆਂ ਭਾਜੀ, ਇਹਨਾਂ ਦੇ ਬੜੇ ਖਰਚੇ ਹੁੰਦੇ ਨੇ। ਠੀਕ ਹੈ। ਨਹੀਂ ਸਰ, ਇੰਜੀ ਗੱਲ ਏ। ਇਹ ਦੱਸੋ ਮਾਸ਼ਾਅੱਲਾ ਜਿਹੜਾ ਤੁਹਾਡਾ ਸ਼ੈੱਡ ਏ, ਇਹ ਕਮਰਾ ਜਿਹੜਾ ਇਹਨਾਂ ਦੇ ਵਾਸਤੇ ਬਣਾਇਆ ਜੇ, ਕਿੰਨੇ ਮਰਲੇ ਵਿੱਚ? 8 ਮਰਲਿਆਂ 'ਚ। 8 ਮਰਲੇ 'ਚ ਜ਼ਿਆਦਾ ਤੋਂ ਜ਼ਿਆਦਾ ਕਿੰਨੀਆਂ ਬੱਕਰੀਆਂ ਆਈ ਜਾਂਦੀਆਂ ਨੇ? ਇਹ ਜਿੰਨੀਆਂ ਕੁ ਆ ਗਈਆਂ ਵੀ ਇਹਨਾਂ ਵਾਸਤੇ 400 ਤੋਂ ਜ਼ਿਆਦਾ ਨੇ 8 ਮਰਲੇ ਵਾਸਤੇ। ਕਿੰਨੀਆਂ ਨੇ ਇਸ ਟਾਈਮ ਟੋਟਲ ਤਕਰੀਬਨ ਹੋਣੀਆਂ ਨੇ 65-60। ਤੇ ਛੋਟੇ ਮੋਟੇ ਸਾਰੇ ਭਰੂ? ਹਾਂਜੀ, ਠੀਕ ਹੈ। ਤੇ ਭਾਈ ਇਹ ਜਿਹੜਾ ਤੁਸੀਂ ਇਹਨਾਂ ਵਾਸਤੇ ਸ਼ੈੱਡ ਬਣਾਇਆ ਹੈ, ਸਰਦੀਆਂ ਵਿੱਚ ਵੀ ਇਹ ਇਸਤੇਮਾਲ ਹੋਈ ਜਾਂਦਾ ਤੇ ਗਰਮੀਆਂ 'ਚ ਵੀ? ਸਰਦੀਆਂ 'ਚ ਵੀ ਇਸਤੇਮਾਲ, ਗਰਮੀਆਂ 'ਚ ਵੀ ਇਸਤੇਮਾਲ। ਤੇ ਇਹਦੀ ਜਿਹੜੀ ਛੱਤ ਹੈ ਕੱਚੀ ਹੈ ਤੂੰ? ਨਹੀਂ, ਦੋਰੀ ਟਾਇਲ ਲਵਾ ਕੇ ਸੀਮੈਂਟ ਫਰੋਇਆ ਹੈ। ਠੀਕ ਹੈ। ਯਾਨੀ ਕਰਾਈ ਹੈ। ਬਾਰਿਸ਼ ਵਿੱਚ ਵੀ ਕੋਈ ਮਸਲਾ ਨਹੀਂ ਹੁੰਦਾ? ਮਸਲਾ ਨਹੀਂ, ਬਾਰਿਸ਼ ਵਿੱਚ ਰਹਿੰਦੀਆਂ ਨੇ। ਬਾਰਿਸ਼ ਵਿੱਚ ਤੇ ਭਿੱਜ ਜਾਂਦੇ, ਸਮਝ ਲਓ 6 ਮਹੀਨੇ ਦੇ ਪੱਠੇ ਖਾਦੇ ਪਿਛਲੇ ਮੁੱਕ ਗਏ। ਇੱਕ ਵਾਰ ਭਿੱਜ ਜਾਏ ਇੱਕ ਬੱਕਰੀ ਦੇ। ਠੀਕ ਹੈ। ਇਹ ਤਾਂ ਬੱਦਲ ਜੇ ਸਿਆਲ ਘੜੋ ਦੇ ਗਤਰੀਆਂ ਮੈਂ ਕੰਡਾ ਬੰਦੀਆਂ ਨੇ। ਵੀ ਬੱਦਲ ਭਾਈ ਵਗੇ ਤੇ ਮੈਂ ਕੰਡਾ ਬੰਦੀ, ਬੱਦਲ ਆ ਗਿਆ ਉਹਨੂੰ ਕਿਤੇ ਬਿੱਲੇ ਲਾ ਲਓ। ਇੰਨੇ ਮਾਲ ਵਿੱਚੋਂ ਟੋਟਲ ਬੱਕਰੀਆਂ ਕਿੰਨੀਆਂ ਨੇ ਤੇ ਉਹ ਹਰ ਸਾਲ ਕਿੰਨੇ ਕੁ ਜ਼ਿਆਦੇ ਹਟਦੀਆਂ ਨੇ? ਟੋਟਲ ਬੱਕਰੀਆਂ ਭਾਅ ਜ਼ਿਆਦੇ ਰੱਬੀ ਕੰਮ ਨੇ ਚਸੂਣ ਲੱਗਾ ਤੇ 5 ਜਿਹੜੀਆਂ ਬੱਚੇ ਨਾਲ ਰਜਾ ਹਟਦੀਆਂ ਨੇ। ਜੇ ਤਰੂਜਾਂ ਦੇ ਕੋਈ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਤਰੂ ਗਈਆਂ ਨੇ। ਇਹ ਤਾਂ ਅੱਲਾ ਦੀ ਰਜਾ ਹੈ। ਕੋਈ ਬੰਦੇ ਦੇ ਮੁਕੱਦਰ ਵੀ ਹੁੰਦੇ ਨੇ। ਬੰਦੇ ਦੇ ਮੁਕੱਦਰ ਵੀ ਬਾਜ ਹੁੰਦੇ ਨੇ। ਤਕਰੀਬਨ ਇਹਨਾਂ ਬੱਕਰੀਆਂ ਵਿੱਚ 5 ਬੱਕਰੀਆਂ ਥਣ ਖਿੱਚਾਂ ਨੇ, 5 ਛੋਟੀਆਂ ਲੈ ਲਈਆਂ ਨੇ, 3 ਬੱਕਰੇ ਨੇ, 2 ਛੋਟੇ ਲੈ ਲਏ ਨੇ, 1 ਵੱਡਾ ਬੱਕਰਾ ਹੈ, 1 ਭੇਡ ਦਾ ਛਤਰਾ ਹੈ। ਠੀਕ ਹੈ। ਹਾਂਜੀ ਸਰ, ਇੱਕ ਹੁਣ ਬੜਾ ਹਮ ਸਵਾਲ ਪੁੱਛਣ ਲੱਗਾ ਨਵੇਂ ਦੋਸਤਾਂ ਨੂੰ, ਉਹਨਾਂ ਦੇ ਮੁਤਲਕ ਕੋਈ ਇੱਕ ਐਸਟੀਮੇਟ ਦੇ ਖੜੋ। ਅਗਰ ਉਹ 10 ਕੁ ਬੱਕਰੀਆਂ ਰੱਖਣ, ਉਹਨਾਂ ਨੂੰ ਸਾਲ ਦੀ ਜਾਂ ਮਹੀਨੇ ਦੀ ਕਿੰਨੀ ਕੁ ਬਚਤ ਹੋ ਜਾਂਦੀ ਹੈ ਖਰਚਾ ਵਗੈਰਾ ਕੱਢ ਕੇ? ਜੇ ਉਹ 10 ਕੁ ਬੱਕਰੀਆਂ ਰੱਖਣ ਤੇ ਜੇ ਆਪੀ ਮਿਹਨਤ ਕਰਨ ਤਾਂ ਬਚਤ ਹੀ ਬਚਤ। ਜੇ ਨੌਕਰ ਰੱਖਣਾ ਤਾਂ ਬਚਤ ਨੌਕਰ ਨੇ ਲਾਈ ਨਹੀਂ ਹੈ। ਤੇ ਤੁਸੀਂ ਇਹ ਕੰਮ ਖੁਦ ਕਰਦੇ ਹੋ? ਹਾਂਜੀ, ਅਸੀਂ ਆਪ ਖੁਦ ਕਰਨੇ ਆ। ਠੀਕ ਹੈ। ਦੁੱਧ ਦੇ ਇਲਾਵਾ ਇਹਨਾਂ ਦੇ ਜਾ ਕਿੰਨੇ ਕੁ ਦੇ ਸੇਲ ਕਰ ਲੈਂਦੇ ਹੋ? ਦੁੱਧ ਦੇ ਇਲਾਵਾ ਜਿਹੜਾ ਚੰਗਾ ਬੱਚਾ ਹੋਵੇ ਉਹ ਤਾਂ ਭਾਵੇਂ 1 ਦਿਨ ਦਾ ਹੋਵੇ ਤੇ ਭਾਵੇਂ 2 ਮਹੀਨਿਆਂ ਦਾ ਹੋਵੇ, ਉਹ ਤਕਰੀਬਨ 30,000 ਦਾ 25,000 ਦਾ ਜਾ ਰਿਹਾ। ਠੀਕ ਹੈ। ਤੇ ਨਸਲ ਹੈ ਨਾ, ਆ ਵੇਖੋ ਨਾ, ਉਹਨਾਂ ਲੈ ਲਈ ਹੈ ਤਕਰੀਬਨ 5 ਮਹੀਨਿਆਂ ਦੀ ਹੋ ਗਈ ਹੈ। ਇਹਦੇ ਅੱਜ 40,000 ਵਟਣਾ ਚਾਹੀਏ, 50 ਵਟ ਦੇਈਦਾ ਐਸ ਹੁਣ। ਠੀਕ ਹੈ। ਇਹ ਪੱਠ ਆ ਤਕਰੀਬਨ 12 ਮਹੀਨਿਆਂ ਦੀ ਹੋ ਗਈ ਹੈ। ਇਹ ਜਿਹੜੀ ਹੈ ਆ ਦੋਵੇਂ ਭੈਣਾਂ ਨੇ, ਇੱਕ ਸੂਆ ਛੋਟੀ ਹੈ, ਵੱਡੀ ਹੈ। ਇਹ ਪੱਠ ਇਹ 12 ਮਹੀਨਿਆਂ ਦੀ ਹੋ ਗਈ ਹੈ। ਸਰ, ਜਾਨਵਰ ਤੁਹਾਡੇ ਵਾਕਈ ਸਾਰੇ ਨਸਲੀ ਨੇ ਤੇ ਸੋਹਣੇ ਨੇ ਮਾਸ਼ਾਅੱਲਾ। ਅੱਲਾਹ ਦਾ ਤੰਦਰੁਸਤੀ ਦੇਵੇ। ਇਹ ਪੱਠ ਦਾ ਨਾਮ ਹੈ ਮੇਮੋ। ਅੱਛਾ। ਹਾਂਜੀ, ਮੇਮੋ ਸੋਹਣੀ ਹੈ ਜੀ। ਹਾਂਜੀ। ਜਮੀਲ ਸਾਹਿਬ, ਤੁਸੀਂ ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਕੀਤੀਆਂ ਨੇ। ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਦਾ ਜ਼ੇਨ ਵੀ ਹੈ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ। ਉਹਨਾਂ ਨੂੰ ਗੱਲ ਕਰੋ, ਬੱਕਰੀਆਂ ਦਾ ਕੰਮ ਸ਼ੁਰੂ ਸਹੀ ਹੈ, ਏਡਾ ਮਾੜਾ ਨਹੀਂ ਹੈਗਾ, ਬਿਲਕੁਲ ਠੀਕ ਹੈ। ਕਿਸੇ ਦੇ ਕੰਮ ਕਰਨ ਨਾਲ ਆਪਣਾ ਕੰਮ ਚੰਗਾ ਬੱਕਰੀਆਂ ਦਾ। ਪਰ ਮੈਂ ਮਸ਼ਵਰਾ ਇਹ ਦਾਂਗਾ ਵੀ ਜਿਹਦੀ ਪੈਲੀ ਬਣਾ ਆਪਣਾ, ਉਹ ਬਹੁਤਾ ਆਪਣਾ ਕੰਮ ਕਰੇ। ਸਾਡੀ ਤੇ ਸਾਨੀ ਪੈਲੀ, ਅਸੀਂ ਫਿਰ ਵੀ ਸ਼ੁਕਰ ਅੱਲਾਹ ਪਾਕ ਦਾ ਆਪਣਾ ਕਾਰੋਬਾਰ ਕਰਨ ਦੇ ਆ। ਜਿਹਦਾ ਪੈਲੀ ਬਣਾ ਆਪਣਾ, ਉਹਦੇ ਵਾਸਤੇ ਆਸਾਨੀ ਹੋਰ ਹੈ ਇਹਨਾਂ ਚਾਰੇ ਚੂਰੇ ਦੀ।
ਤੇ ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਹਾਂਜੀ। ਕੋਈ ਜਾਨਵਰ ਲੈਣਾ ਚਾਹੁੰਦੇ ਨੇ ਜਾਂ ਬੱਕਰੀਆਂ ਦੀ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ, ਹਾਂਜੀ। ਤੇ ਭਾਈ ਹਰਾਂ ਦਾ ਮੋਬਾਈਲ ਨੰਬਰ ਹਾਂਜੀ ਹੈ ਬੋਲ ਦਿਓ ਸਰ। 0341 7880 984। WhatsApp ਹੀ ਆ ਇਹਦੇ ਤੇ? ਨਹੀਂ, ਸਾਦਾ ਮੋਬਾਈਲ ਹੀ ਹੈ। ਸਾਦਾ ਮੋਬਾਈਲ ਹੈ ਸਿਰਫ। ਲੋ ਜਮੀਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਤੇ ਕੀਮਤੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।